सत श्री अकाल, स्वागत है ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਬੀਤੇ ਕਈ ਮਹੀਨਿਆਂ ਤੋਂ ਭਾਰਤ ਦੇ ਵਿੱਚ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕੀ ਮੰਗਾਂ ਰੱਖੀਆਂ ਜਾ ਰਹੀਆਂ ਹਨ ਅਤੇ ਦੁਨੀਆ ਭਰ ਤੋਂ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ, ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਧਰਨੇ ਉੱਤੇ ਬੈਠੇ ਕਿਸਾਨਾਂ ਦੇ ਸਮਰਥਨ ਲਈ ਦੇਸ਼ ਵਿਦੇਸ਼ ਤੋਂ ਲੋਕੀ ਅੱਗੇ ਆ ਰਹੇ ਹਨ। ਜੇ ਖਾਸ ਕਰਕੇ ਗੱਲ ਕਰੀਏ ਕੈਨੇਡਾ ਦੀ, ਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਲੋਕਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੇ ਸਮਰਥਨ ਲਈ ਕਾਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਪੇਸ਼ ਹੈ ਇੱਕ ਖਾਸ ਰਿਪੋਰਟ। ਭਾਰਤ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵਸਦੀ ਬਹੁਗਿਣਤੀ ਪੰਜਾਬੀ ਕਮਿਊਨਿਟੀ ਵੱਲੋਂ ਵੀ ਆਪੋ ਆਪਣੇ ਢੰਗ ਦੇ ਨਾਲ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। बीते दिनी ब्रैम्पटन दे विच किसान मजदूर अंदोलन दी हमायत दे विच पंजाबी भाईचारे सने वख-वख सूबियां तो आए लोकां ने विरोध प्रदर्शन कीता। ਅਸੀਂ ਸਾਰੇ ਪੰਜਾਬੀ ਇੱਥੇ ਇਕੱਠੇ ਹੋਏ ਆ, ਜੋ ਸਾਡੇ ਭੈਣ ਭਰਾ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੇ ਸਿਟੀਜ਼ਨਸ, ਸਾਡੇ ਪੰਜਾਬ ਇੰਡੀਆ ਦੇ ਸਿਟੀਜ਼ਨਸ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੈਠੇ ਨੇ, ਠੰਡ ਦੇ ਵਿੱਚ, ਮੀਂਹ ਦੇ ਵਿੱਚ, ਭੁੱਖਣ ਭਾਣੇ, ਆਪਣੇ ਘਰੋਂ ਬੇਘਰ ਹੋਏ ਆਪਣੇ ਹੱਕਾਂ ਦੀ ਰਾਖੀ ਖਾਤਰ ਅਸੀਂ ਉਹਨਾਂ ਨੂੰ ਸਪੋਰਟ ਕਰਨ ਲਈ ਇੱਥੇ ਖੜੇ ਹਾਂ। ਅਸੀਂ ਇੰਡੀਅਨ ਗਵਰਨਮੈਂਟ ਨੂੰ ਆਪਣਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਪੰਜਾਬੀ ਨੇ, ਜੋ ਪੰਜਾਬੀ ਹਰਿਆਣਵੀ ਨੇ, ਜੋ ਪੰਜਾਬੀ ਰਾਜਸਥਾਨੀ ਨੇ, ਜੋ ਵੀ ਕਿਸਾਨ ਨੇ, ਉਹ ਇੱਕ ਨੇ। ਕਿਸਾਨ ਮੁਲਕ ਦਾ ਢਿੱਡ ਪਾਲਦਾ ਹੈ। ਇੰਡੀਆ ਦਾ 70% ਗ੍ਰੇਨ ਅਸੀਂ ਖੁਦ ਪੈਦਾ ਕਰਦੇ ਹਾਂ। ਅਸੀਂ ਦਿਨ ਰਾਤ ਵੱਟਾਂ 'ਤੇ ਤੁਰ ਕੇ, ਨੱਕੇ ਮੋੜ ਕੇ, ਮਿੱਟੀ ਨਾਲ ਮਿੱਟੀ ਹੋ ਕੇ ਹਿੰਦੁਸਤਾਨ ਦਾ ਢਿੱਡ ਭਰਦੇ ਹਾਂ। ਤਾਂ ਹਿੰਦੁਸਤਾਨ ਦੀ ਗਵਰਨਮੈਂਟ ਸਾਡਾ ਹੀ ਕਿਉਂ ਢਿੱਡ ਪਾੜਨ ਲੱਗੀ ਹੈ? ਅਸੀਂ ਕੁਝ ਨਹੀਂ ਮੰਗ ਰਹੇ, ਅਸੀਂ ਆਪਣੇ ਹੱਕ ਮੰਗ ਰਹੇ ਹਾਂ। ਅਸੀਂ ਇੰਡੀਆ ਜੋ ਕਿ ਇੱਕ ਸੈਕੂਲਰ ਕੰਟਰੀ ਹੈ, ਉਸ ਦੇ ਸਿਟੀਜ਼ਨਸ ਹਾਂ। ਸਾਡੇ ਜੋ ਭੈਣ ਭਰਾ ਆਪਣੇ ਹੱਕ ਮੰਗ ਰਹੇ ਨੇ, ਆਪਣੀਆਂ ਮਿਹਨਤ ਨਾਲ ਉਗਾਈਆਂ ਹੋਈਆਂ ਫਸਲਾਂ ਦਾ ਸਹੀ ਭਾਅ ਮੰਗ ਰਹੇ ਨੇ, ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਸਾਡੇ ਬੱਚੇ ਉਹਨਾਂ ਨੂੰ ਸਪੋਰਟ ਕਰਦੇ ਹਨ, ਸਾਡੇ ਮਾਂ ਪਿਓ ਉਹਨਾਂ ਨੂੰ ਸਪੋਰਟ ਕਰਦੇ ਹਨ, ਜੋ ਸਾਡਾ ਭਾਈਚਾਰਾ ਹੈ ਸਾਰਾ ਉਹਨਾਂ ਨੂੰ ਸਪੋਰਟ ਕਰਦਾ ਹੈ। ਅਸੀਂ ਇੱਥੇ ਇਕੱਠੇ ਹੋਏ ਹਾਂ, ਜੋ ਹਿੰਦੁਸਤਾਨ ਦੇ ਵਿੱਚ ਗੌਰਮੈਂਟ ਨੇ ਜਿਹੜੇ 3 ਲਾਅ ਪਾਸ ਕੀਤੇ ਹੈਗੇ ਆ, ਬਿੱਲ ਪਾਸ ਕੀਤੇ ਹੈਗੇ ਆ ਕਿਸਾਨਾਂ ਨੂੰ ਮਾਰਨ ਵਾਸਤੇ, ਕਿਸਾਨਾਂ ਨੂੰ ਖਤਮ ਕਰਨ ਵਾਸਤੇ, ਅਸੀਂ ਉਹਦੀ ਸਪੋਰਟ ਦੇ ਵਿੱਚ ਖੜੇ ਹੋਏ ਹਾਂ। ਇੱਥੇ ਜਿਹੜੇ ਪ੍ਰੋਟੈਸਟ ਇੰਡੀਆ ਦੇ ਵਿੱਚ ਚੱਲ ਰਹੇ ਆ, ਅਸੀਂ ਆਪਣੇ ਕਿਸਾਨ ਭਰਾਵਾਂ ਦੀ ਸਪੋਰਟ ਦੇ ਵਿੱਚ ਖੜੇ ਹਾਂ। ਜਿਨ੍ਹਾਂ ਕਿ 3 ਬਿੱਲਾਂ ਦੇ ਵਿੱਚ ਇੱਕ ਬਿੱਲ ਹੈਗਾ MSP ਦਾ, ਦੂਜਾ ਹੈਗਾ ਮੰਡੀਆਂ ਦਾ, ਤੇ ਤੀਜਾ ਹੈਗਾ ਜਿਹੜੇ ਐਸੈਂਸ਼ੀਅਲ ਗੁੱਡਸ ਆ ਉਹਨਾਂ ਦੀ ਸਟੋਰੇਜ ਦਾ। ਇਹ ਤਿੰਨੋਂ ਦੇ ਤਿੰਨੋਂ ਜਿਹੜੇ ਲਾਅ ਹੈ, ਅਸੀਂ ਸਰ ਇੰਡੀਅਨ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਇਹ ਤਿੰਨੋਂ ਲਾਅ ਵਾਪਸ ਲਏ ਜਾਣ, ਕੈਂਸਲ ਕਰੇ ਜਾਣ, ਬਿਕੋਜ਼ ਇਹ ਤਿੰਨੋਂ ਲਾਅ ਜਿਹੜੇ ਹੈਗੇ ਆ, ਤਿੰਨੋਂ ਬਿੱਲ ਜਿਹੜੇ ਹੈਗੇ ਆ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹਨ। ਇਹਨਾਂ ਰੋਸ ਪ੍ਰਦਰਸ਼ਨ ਦੇ ਨਾਲ ਟੋਰਾਂਟੋ ਡਾਊਨਟਾਊਨ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਗਿਆ, ਜਿੱਥੇ ਮੀਂਹ ਪੈਣ ਦੇ ਬਾਵਜੂਦ ਵੱਡੀ ਤਾਦਾਦ ਦੇ ਵਿੱਚ ਲੋਕੀ ਪਹੁੰਚੇ। ਇਸ ਦੌਰਾਨ ਕੌਂਸਲੇਟ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਅਜਿਹੇ ਹੀ ਕਈ ਪੀਸਫੁਲ ਪ੍ਰੋਟੈਸਟ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਸਰੀ, ਵਿਨੀਪੈਗ, ਰਜਾਇਨਾ ਅਤੇ ਮੌਂਟਰੀਅਲ ਦੇ ਵਿੱਚ ਵੀ ਵੇਖਣ ਨੂੰ ਮਿਲੇ। ਇਸ ਦੌਰਾਨ ਕਾਰ ਰੈਲੀਆਂ ਵੀ ਕੱਢੀਆਂ ਗਈਆਂ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕੀ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਰਹੇ। ਬੇਹੱਦ ਠੰਡੇ ਮੌਸਮ ਦੇ ਬਾਵਜੂਦ ਸਮੁੱਚੇ ਭਾਈਚਾਰੇ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ। ਇਸ ਦੌਰਾਨ ਨੌਜਵਾਨਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਪੋਸਟਰ ਲਹਿਰਾਏ ਗਏ ਅਤੇ ਬੈਨਰਸ ਰਾਹੀਂ ਆਪਣਾ ਸੁਨੇਹਾ ਸ਼ਹਿਰ ਵਾਸੀਆਂ ਤੱਕ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਲੀਡਰ ਐਰਿਨ ਓਟੂਲ ਅਤੇ NDP ਲੀਡਰ ਜਗਮੀਤ ਸਿੰਘ ਨੇ ਵੀ ਇਸ ਸੰਬੰਧੀ ਬਿਆਨ ਦਿੱਤੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। Canada will always stand up for the right of peaceful protest anywhere around the world, and we're pleased to see moves towards de-escalation and dialogue.
Anything more? I mean, are you worried about damaging relations between India and Canada? Canada will always stand up for the right for peaceful protest and for human rights around the world. ਇੰਨਾ ਹੀ ਨਹੀਂ, ਵੱਖ-ਵੱਖ ਮੈਂਬਰ ਪਾਰਲੀਮੈਂਟਸ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੋਸਟ ਕੀਤੇ ਗਏ ਅਤੇ ਕਿਹਾ ਗਿਆ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਕਿਸਾਨਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਸ ਨੂੰ ਲਾਭ ਦੇਣਾ ਚਾਹੁੰਦੀ ਹੈ, ਨਾ ਕਿ ਕਿਸਾਨਾਂ ਨੂੰ, ਅਤੇ ਕਿਸਾਨ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਉੱਤੇ ਅੜੀਆਂ ਹੋਈਆਂ ਹਨ, ਉੱਥੇ ਦੂਜੇ ਪਾਸੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਲਈ ਤਿਆਰ ਹਨ, ਪਰ ਇਸ ਨੂੰ ਰੱਦ ਕਰਨਾ ਮੁਮਕਿਨ ਨਹੀਂ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਨਵੀਆਂ ਸਹੂਲਤਾਂ ਅਤੇ ਵਿਕਾਸ ਲਈ ਪੁਰਾਣੇ ਕਾਨੂੰਨਾਂ ਦੇ ਵਿੱਚ ਸੁਧਾਰ ਜ਼ਰੂਰੀ ਹੈ ਅਤੇ ਇਹ ਸੁਧਾਰ ਭਾਰਤ ਦੇ ਕਿਸਾਨਾਂ ਦੇ ਸਰਵਉੱਚ ਹਿੱਤਾਂ ਦਾ ਧਿਆਨ ਰੱਖ ਕੇ ਲਿਆਂਦੇ ਗਏ ਹਨ। ਇਸੇ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਸਿਆਸੀ ਅਤੇ ਸਮਾਜਿਕ ਮੁੱਦਿਆਂ ਦੇ ਮਾਹਿਰ ਡਾਕਟਰ ਬਲਜਿੰਦਰ ਸਿੰਘ ਸੇਖੋ ਦੇ ਨਾਲ। ਸਤਿ ਸ਼੍ਰੀ ਅਕਾਲ ਡਾਕਟਰ ਬਲਜਿੰਦਰ ਸੇਖੋ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਤੇ। ਧੰਨਵਾਦ ਤੁਹਾਡਾ, ਬਹੁਤ-ਬਹੁਤ ਧੰਨਵਾਦ ਜੀ, ਖਾਸ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਵਿਸ਼ੇ ਤੇ ਗੱਲਬਾਤ ਲਈ, ਸਾਂਝ ਪਾਉਣ ਲਈ, ਜਿਹੜੀ ਮੇਰੇ ਮਨ ਦੀ ਹੈ, ਮੇਰੇ ਆਪਣੀ ਹੈ, ਮੇਰੇ ਲੋਕਾਂ ਦੀ ਹੈ, ਮੇਰੇ ਦੇਸ਼ ਦੀ ਹੈ, ਮੇਰੇ ਪ੍ਰਾਂਤ ਦੀ ਵੀ ਹੈ, ਸਾਰਿਆਂ ਦੀ, ਤੇ ਕੈਨੇਡਾ ਦੀ ਵੀ ਮੈਂ ਤਾਂ ਕਹਿੰਦਾ ਵਿੱਚ ਹੀ ਹੈ, ਜਿੱਥੇ ਅਸੀਂ ਅੱਜ ਕੱਲ੍ਹ ਵਸ ਰਹੇ ਹਾਂ, ਪੰਜਾਬ ਦੀ ਤਾਂ ਹੈ ਹੀ ਹੈ। ਜੀ ਜੀ ਬਿਲਕੁਲ ਡਾਕਟਰ ਸੇਖੋ, ਜੇ ਅਸੀਂ ਸਭ ਤੋਂ ਪਹਿਲਾਂ ਪੂਰੇ ਸਿਨੈਰੀਓ ਦੀ ਗੱਲ ਕਰੀਏ ਤੇ ਭਾਰਤ ਸਰਕਾਰ ਵੱਲੋਂ 3 ਖੇਤੀਬਾੜੀ ਕਾਨੂੰਨ ਜਿਹੜੇ ਨੇ ਉਹ ਪਾਸ ਕੀਤੇ ਗਏ, ਕਿਸਾਨਾਂ ਨੂੰ ਪਸੰਦ ਨਹੀਂ ਆਏ, ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਵੱਲੋਂ ਵੀ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਗਿਆ ਹੈ। ਤੁਸੀਂ ਇਸ ਪੂਰੀ ਸਥਿਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਗੱਲ ਇਹ ਹੈ ਜੀ ਕਿ ਜਿਹੜੇ ਇਹ 3 ਕਾਨੂੰਨ ਬਣਾਏ ਗਏ, ਕਾਨੂੰਨਾਂ ਦੇ ਵਿੱਚ ਜਿਹੜੀ ਗੱਲ ਕੀਤੀ ਗਈ, ਜਿਹੜੇ ਉਹਨਾਂ ਦੇ ਸਿਰਲੇਖ, ਜਿਨ੍ਹਾਂ ਨੂੰ ਆਪਾਂ ਹੈਡਿੰਗ ਕਹਿੰਦੇ ਹਾਂ ਅੰਗਰੇਜ਼ੀ ਰੱਖੇ ਗਏ, ਉਹਨਾਂ ਸਾਰਿਆਂ ਦੇ ਵਿੱਚ ਗੱਲ ਤਾਂ ਇਹ ਕਹੀ ਗਈ ਕਿ ਕਿਸਾਨਾਂ ਦੀ ਖੁਸ਼ਹਾਲੀ ਲਈ ਇਹ 3 ਕਾਨੂੰਨ ਬਣਾਏ ਜਾ ਰਹੇ ਨੇ। ਪਰ ਜਦੋਂ ਕੋਈ ਬੰਦਾ ਜਿਹਨੂੰ ਥੋੜੀ ਬਹੁਤੀ ਵੀ ਇਹਨਾਂ ਗੱਲਾਂ ਦੀ ਸਮਝ ਹੈ, ਉਹ ਉਹਦੀਆਂ ਸਾਰੀਆਂ ਗੱਲਾਂ ਪੜ੍ਹਦਾ ਹੈਗਾ। ਅੱਜ ਕੱਲ੍ਹ ਤਾਂ ਸਾਰੇ ਅਖਬਾਰਾਂ ਦੇ ਵਿੱਚ ਵੀ ਉਹ ਪੂਰੇ ਦੇ ਪੂਰੇ ਉਹਦੇ ਛਪ ਗਏ ਕਿ ਇਹਦੇ ਵਿੱਚ ਕੀ ਲਿਖਿਆ, ਕਿਹੜੀ ਧਾਰਾ ਕੀ ਕਹਿੰਦੀ ਹੈ। ਉਹਦੇ ਵਿੱਚ ਕਿਸਾਨਾਂ ਦੀ ਤਾਂ ਕਿਤੇ ਗੱਲ ਹੀ ਨਹੀਂ ਆਉਂਦੀ। ਕਿਸਾਨਾਂ ਨੂੰ ਤਾਂ ਲੁੱਟਣ, ਪੁੱਟਣ, ਖੋਹਣ, ਉਜਾੜਨ ਦੀਆਂ ਗੱਲਾਂ ਜ਼ਰੂਰ ਉਹਦੇ ਵਿੱਚੋਂ ਝਲਕਦੀਆਂ ਨੇ, ਬੇਸ਼ੱਕ ਸਿੱਧੇ ਤੌਰ ਦੇ ਉੱਤੇ ਨਹੀਂ ਲਿਖੀਆਂ ਹੋਈਆਂ। ਸੋ ਉਹ ਜਿਹੜੇ 3 ਕਾਨੂੰਨ ਨੇ, ਉਹ 3 ਕਾਨੂੰਨ ਕਿਸੇ ਵੱਡੇ ਸਰਮਾਏਦਾਰ ਨੂੰ ਜਾਂ ਵੱਡੇ ਘਰਾਣੇ ਨੂੰ ਜਾਂ ਕਿਸੇ ਵੱਡੀ ਕਾਰਪੋਰੇਟ ਨੂੰ ਖੁੱਲ੍ਹ ਦਿੰਦੇ ਆ ਕਿ ਉਹ ਮੰਡੀ ਤੋਂ ਬਿਨਾਂ ਜਿੱਥੇ ਮਰਜ਼ੀ ਜਾਵੇ, ਜੋ ਮਰਜ਼ੀ ਖਰੀਦੇ, ਜਿੰਨਾ ਮਰਜ਼ੀ ਖਰੀਦੇ, ਜਿੱਥੇ ਮਰਜ਼ੀ ਜਿੰਨਾ ਮਰਜ਼ੀ ਭੰਡਾਰ ਕਰੇ, ਤੇ ਉਸ ਤੋਂ ਬਾਅਦ ਜਿਹੜੀ ਉਹਦੇ ਤੇ ਕੋਈ ਰੋਕ ਟੋਕ ਹੀ ਹੈ ਨਹੀਂ। ਉਹ ਜੋ ਮਰਜ਼ੀ ਜਿਸ ਤਰ੍ਹਾਂ ਜਿਹੜੀਆਂ ਉਹਦੇ, ਜੇ ਉਹਨੂੰ ਕਿਸੇ ਖਾਸ ਤਰ੍ਹਾਂ ਦੀ, ਕਿਸੇ ਕਿਸਮ ਦੀ, ਕਿਸੇ ਖਾਸ ਤਰ੍ਹਾਂ ਦੇ ਫਰਜ਼ ਕਰੋ, ਉਸਨੂੰ ਕਣਕ ਦੀ ਖਾਸ ਕਿਸਮ ਦੀ ਲੋੜ ਹੈ, ਉਹਨੂੰ ਡਿਊਰੀਅਮ ਦੀ ਲੋੜ ਹੈ, ਉਹਨੂੰ ਜਿਹੜੀ ਕਿਸ ਤਰ੍ਹਾਂ ਦੀ ਕਣਕ ਦੀ ਲੋੜ ਹੈਗੀ, ਉਹ ਆਪਣੀ ਕਿਸਮ ਦੀ ਕਣਕ ਉਗਾਉਣ ਵਾਸਤੇ ਕਿਸੇ ਕਿਸਾਨ ਦੇ ਨਾਲ ਸਮਝੌਤਾ ਕਰੇ। ਸਮਝੌਤਾ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਸ ਨੂੰ ਉਹ ਖਰੀਦੇ। ਹਾਂ, ਉਹ ਬਰੀਕੀਆਂ ਜਦੋਂ ਅਸੀਂ ਜਾਣਦੇ ਹਾਂ ਕਿ ਭਾਈ ਜੇ ਰੌਲਾ ਪੈ ਗਿਆ ਐਸਡੀਐਮ ਕੋਲੇ ਜਾਵੇ। ਐਸਡੀਐਮ ਤਾਂ ਸਾਨੂੰ ਪਤਾ ਹੀ ਹੈ ਕਿ ਕਿਹਦਾ ਹੁੰਦਾ, ਕਿੰਨਾ ਦਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਦੇ ਦਰਮਿਆਨ ਉਹ 3 ਜਿਹੜੇ ਕਾਨੂੰਨ ਨੇ, ਉਹਨਾਂ ਦਾ ਕਿਸਾਨ ਦੀ ਭਲਾਈ ਦੇ ਲਈ ਕੋਈ ਨਹੀਂ ਹੈ। ਹਾਂ, ਕਾਰਪੋਰੇਟਾਂ ਨੂੰ ਆਪਣਾ ਕੰਮ ਚਲਾਉਣ ਦੇ ਲਈ ਬਿਲਕੁਲ ਰਾਹ ਪੱਧਰਾ ਕੀਤਾ ਹੋਇਆ ਹੈ। ਜੀ ਜੀ, ਜਿਸ ਤਰ੍ਹਾਂ ਅਸੀਂ ਕੈਨੇਡਾ ਦੇ ਸਮਰਥਨ ਦੀ ਗੱਲ ਕਰ ਰਹੇ ਹਾਂ, ਪਰ ਭਾਰਤ ਸਰਕਾਰ ਵੱਲੋਂ ਇਸ ਸਮਰਥਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਫਾਰਮਰ ਇੰਡੀਅਨ ਡਿਪਲੋਮੈਟਸ ਨੇ ਜਿਹੜੇ, ਉਹਨਾਂ ਵੱਲੋਂ ਕੈਨੇਡੀਅਨ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ, ਰੋਸ ਪ੍ਰਗਟ ਕੀਤਾ ਗਿਆ ਹੈ ਕਿ ਜਦ ਇੰਡੀਆ ਨੇ ਮਨਾ ਕਰ ਦਿੱਤਾ ਹੈ ਤੇ ਕੈਨੇਡਾ ਕਿਉਂ ਸਪੋਰਟ ਕਰ ਰਿਹਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਵੀ ਕਈ ਸਾਲਾਂ ਤੱਕ MSP ਦਾ ਇਸ਼ੂ ਰਿਹਾ ਹੈ। ਕੈਨੇਡਾ MSP ਦੇ ਫੇਵਰ ਦੇ ਵਿੱਚ ਨਹੀਂ ਹੈਗਾ। ਤੁਹਾਨੂੰ ਲੱਗਦਾ ਹੈ ਕਿ ਇਸ ਪੂਰੇ ਮਾਮਲੇ ਦੇ ਨਾਲ ਕਿਤੇ ਨਾ ਕਿਤੇ ਕੈਨੇਡਾ ਔਰ ਇੰਡੀਆ ਦਾ ਜਿਹੜਾ ਰਿਲੇਸ਼ਨ ਹੈਗਾ ਉਹ ਖਰਾਬ ਹੋ ਸਕਦਾ ਹੈ? ਦੇਖੋ, ਰਿਲੇਸ਼ਨ ਤਾਂ ਅੱਜ ਕੱਲ੍ਹ ਦੁਨੀਆ ਦੇ ਵਿੱਚ ਜੇ ਹੈਗੇ ਤਾਂ ਉਹ ਇੱਕ ਦੂਜੇ ਤੋਂ ਕਿੰਨਾ ਕੁ ਫਾਇਦਾ ਕੋਈ ਦੇਸ਼ ਲੈ ਸਕਦਾ, ਉਹਦੇ ਰਿਲੇਸ਼ਨ ਨੇ। ਉੱਦਾਂ ਭਾਈਵਾਲੀਆਂ ਗੱਲਾਂ ਤਾਂ ਗਈਆਂ ਕਿ ਉਹ ਸਾਡਾ ਬਿਲਕੁਲ ਗੁਆਂਢੀ ਸੀ ਜੀ। ਜੇ ਇੰਗਲੈਂਡ ਨਾਲ ਵੀ ਅੱਜ ਕਹੇ ਕੈਨੇਡਾ ਕਿ ਅਸੀਂ ਤਾਂ ਉਹਨਾਂ ਦੇ ਵਿੱਚੋਂ ਹੀ ਆ, ਅਸੀਂ ਤਾਂ ਉਹਨਾਂ ਦਾ ਹਿੱਸਾ ਹੀ ਆ। ਜੇ ਇੰਗਲੈਂਡ ਨੂੰ ਤੇ ਕੈਨੇਡਾ ਨੂੰ ਇੱਕ ਦੂਜੇ ਤੋਂ ਕੋਈ ਫਾਇਦਾ ਨਹੀਂ ਹੈ ਤਾਂ ਕੋਈ ਭਾਈ ਨਹੀਂ ਹੈ, ਕੋਈ ਦੋਸਤ ਨਹੀਂ ਹੈ। ਉਹ ਦੇਸ਼ ਵੱਖਰਾ, ਇਹ ਦੇਸ਼ ਵੱਖਰਾ ਹੈ। ਇਸੇ ਤਰ੍ਹਾਂ ਹੀ ਭਾਰਤ ਵੱਖਰਾ ਦੇਸ਼ ਹੈ, ਕੈਨੇਡਾ ਵੱਖਰਾ ਦੇਸ਼ ਹੈ। ਦੋਨਾਂ ਦਾ ਸਭ ਤੋਂ ਵੱਡਾ ਜਿਹੜੀ ਸਾਂਝ ਹੈ ਉਹ ਆਪਸ ਦੇ ਵਿੱਚ ਵਪਾਰ ਦੀ ਹੈ। ਉਦੋਂ ਇਲਾਵਾ ਕੈਨੇਡਾ ਤੇ ਭਾਰਤ ਦੇ ਜਿਹੜੇ ਸੰਬੰਧ ਅੱਜ ਕੱਲ੍ਹ ਬਣੇ ਹੋਏ ਨੇ, ਉਹ ਇਹ ਹੈਗੇ ਕਿ ਉੱਥੋਂ ਦੇ ਨੌਜਵਾਨ ਨੇ ਜਿਹੜੇ,
ਉਹ ਇੱਥੇ ਪੜ੍ਹਨ ਜਾਂ ਪੜ੍ਹਨ ਦੇ ਨਾਲ ਨਾਲ ਇੱਥੇ ਵਸਣ ਆਉਂਦੇ ਨੇ, ਇਹ ਵੀ ਬੜੀ ਵੱਡੀ ਸਾਂਝ ਹੈ। ਤੇ ਪਰ ਜਿਹੜੀਆਂ ਗੱਲਾਂ ਇਹ ਕਹੀਏ ਅਸੀਂ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਜੇ ਉਹਦੇ ਖਿਲਾਫ ਭਾਰਤ ਦੇ ਵਿੱਚ ਜਿਹੜੀ ਉਹਦੇ ਉਲਟ ਗੱਲ ਹੋ ਰਹੀ ਹੈ ਜਾਂ ਉਸੇ ਵਰਗੀ ਹੋ ਰਹੀ ਹੈ, ਤੇ ਸਰਕਾਰ ਕਹਿੰਦੀ ਹੈ ਕਿ ਤੁਸੀਂ ਤਾਂ ਖੁਦ ਨਹੀਂ ਇਹ ਮਿਨੀਮਮ ਸਪੋਰਟ ਪ੍ਰਾਈਸ ਦਿੱਤਾ, ਤੇ ਸਾਡੇ ਨਾਲ ਤੁਸੀਂ ਜੇ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੀ ਕੋਈ ਗੱਲ ਕਰਦੇ ਹਾਂ ਤਾਂ ਤੁਸੀਂ ਇਹਦਾ ਵਿਰੋਧ ਕਿਉਂ ਕਰਦੇ ਹੋ। ਇਹ ਜਿਹੜੀਆਂ ਗੱਲਾਂ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਦੀ ਸਰਕਾਰ ਸੁੱਖ ਨਾਲ ਮੰਨਦੀ ਹੋਈ ਹੈ ਨਹੀਂ ਕਿ ਮਿਨੀਮਮ ਸਪੋਰਟ ਪ੍ਰਾਈਸ ਦਾ ਰੌਲਾ ਹੈ। ਉਹ ਤਾਂ ਇਹ ਕਹਿ ਰਹੇ ਨੇ ਕਿ ਘੱਟੋ ਘੱਟ ਸਮਰਥਨ ਮੁੱਲ ਤਾਂ ਅਸੀਂ ਪਹਿਲਾਂ ਵੀ ਦਿੰਦੇ ਸੀ, ਹੁਣ ਵੀ ਦੇਵਾਂਗੇ। ਇਹਦੇ 'ਚ ਤਾਂ ਲੋਕਾਂ ਦੀ ਭਲਾਈ ਦੀਆਂ ਗੱਲਾਂ ਨੇ। ਸੋ ਸਰਕਾਰ ਸਿੱਧੇ ਤੌਰ ਦੇ ਉੱਤੇ ਜੋ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਤੋਂ ਪਾਸੇ ਰਹਿ ਕੇ ਉਸ ਗੱਲ ਨੂੰ ਲੁਕੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਜਦੋਂ ਉਹ ਦੂਜੇ ਦੇਸ਼ਾਂ ਦੇ ਜੋ ਇਤਰਾਜ਼ ਆਉਂਦੇ ਨੇ ਉਹਨਾਂ ਦੀ ਜੋ ਗੱਲ ਕਰਦੇ, ਉਹਦੇ 'ਚ ਵੀ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਕਿ ਇਹਦਾ ਅਸੀਂ ਕਹੀਏ ਤਾਂ ਕੀ ਕਹੀਏ। ਸੋ ਕੈਨੇਡਾ, ਜੇ ਅਸੀਂ ਵੈਸੇ ਵੱਡੇ ਪੱਧਰ ਦੇ ਉੱਤੇ ਗੱਲ ਕਰੀਏ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕੈਨੇਡਾ ਤੇ ਭਾਰਤ ਦੇ ਵਿੱਚ, ਇਹ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਜਿਹੜਾ ਸਿਸਟਮ ਦੁਨੀਆ ਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਬਾਅਦ ਚੱਲਿਆ, ਜਿਹੜਾ ਆਪਣੇ ਵੱਲੋਂ ਹੱਦਾਂ ਖੋਲ ਦਿਓ ਜੀ, ਸਾਰੀ ਮੰਡੀ ਸੰਸਾਰ ਦੀ ਇੱਕ ਕਰ ਦਿਓ ਜੀ, ਜਿੱਥੇ ਕੋਈ ਚੀਜ਼ ਵਧੀਆ ਤੋਂ ਵਧੀਆ ਤੇ ਸਸਤੀ ਬਣ ਸਕਦੀ ਹੈ ਉੱਥੇ ਉਹਨੂੰ ਬਣਾਓ ਤਾਂ ਕਿ ਸਾਰੀ ਦੁਨੀਆ ਨੂੰ ਫਾਇਦਾ ਹੋਏ। ਇਹ ਤਾਂ ਪਹਿਲੀਆਂ ਜਿਹੜੀਆਂ ਗੱਲਾਂ ਦੇ ਵਿੱਚ 2-4 ਸਾਲਾਂ 'ਚ ਗੱਲ ਖਤਮ ਹੋ ਗਈ ਸੀਗੀ, ਕਿਉਂਕਿ ਜਿੰਨੇ ਸਭ ਤੋਂ ਜ਼ਿਆਦਾ ਰੌਲਾ ਪਾਇਆ ਸੀ ਅਮਰੀਕਾ ਨੇ। ਅਮਰੀਕਾ ਦਾ ਖੁਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਕਿੰਨੀਆਂ ਗੱਲਾਂ 'ਚੋਂ ਨਿਕਲ ਗਿਆ। ਟਰੰਪ ਸਾਹਿਬ ਨੇ ਕਿੰਨੇ ਕੀਤੇ ਹੋਏ ਸਮਝੌਤੇ ਦੁਆਰਾ ਫਿਰ ਉਹਨਾਂ ਦੇ ਉੱਤੇ ਕਾਟਾ ਮਾਰ ਦਿੱਤਾ। ਸੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਲ ਜਿਹੜਾ ਸਿਸਟਮ ਸ਼ੁਰੂ ਹੋਇਆ, ਉਹ ਸਿਸਟਮ ਦੇ ਵਿੱਚ ਜਿਹੜੀ ਵੱਡੀ ਖਾਮੀ ਹੈਗੀ ਉਹ ਹੈਗੀ ਕਿ ਕੰਪੀਟੀਸ਼ਨ ਦੇ ਨਾਲ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਚੱਲਣ ਦਿਓ। ਕੰਪੀਟੀਸ਼ਨ ਕਿਹਦਾ? ਮੇਰੇ ਪਿੰਡ ਦੇ 2 ਕਿੱਲਿਆਂ ਵਾਲੇ 5 ਕਿੱਲਿਆਂ ਵਾਲੇ ਕਿਸਾਨ ਦਾ ਅਮਰੀਕਾ ਦੇ ਜਾਂ ਕੈਨੇਡਾ ਦੇ 4000 5000 ਏਕੜ ਵਾਲੇ ਜੱਟ ਨਾਲ ਕੀ ਮੁਕਾਬਲਾ ਉਹਦਾ? ਫਿਰ ਮਰੂਗਾ ਕੌਣ? ਮਰੂਗਾ ਤਾਂ ਮੇਰਾ ਜੱਟ ਹੀ ਮਰੂਗਾ, 2 ਕਿੱਲਿਆਂ ਵਾਲਾ 5 ਕਿੱਲਿਆਂ ਵਾਲਾ। ਉਹਨੂੰ ਤਾਂ ਮਿਨੀਮਮ ਸਪੋਰਟ ਪ੍ਰਾਈਸ ਦਾ ਸਹਾਰਾ ਦੇਣ ਦੇ ਬਾਵਜੂਦ ਵੀ ਉਹ ਔਖਾ ਹੈਗਾ ਜੀ। ਮਿਨੀਮਮ ਸਪੋਰਟ ਪ੍ਰਾਈਸ ਘੱਟ ਤੋਂ ਘੱਟ ਸਮਰਥਨ ਮੁੱਲ ਮਿਲਣ ਦੇ ਬਾਵਜੂਦ ਵੀ ਉਹਦਾ ਗੁਜ਼ਾਰਾ ਮਸਾਂ ਹੀ ਤੁਰਦਾ ਹੈ। ਉਹ ਗੁਜ਼ਾਰਾ ਜੇ ਤੋਰ ਰਿਹਾ ਨਾ, ਉਹ ਤੋਰ 2 ਕਿੱਲਿਆਂ ਵਾਲਾ 4 ਕਿੱਲਿਆਂ ਵਾਲਾ 5 ਕਿੱਲਿਆਂ ਵਾਲਾ ਇਸ ਕਰਕੇ ਰਿਹਾ ਕਿ ਉਹਨੇ ਨਾਲ ਕੋਈ ਹੋਰ ਕੰਮ ਸ਼ੁਰੂ ਕੀਤਾ ਹੋਇਆ, ਉਹਨੇ ਨਾਲ ਪਸ਼ੂ ਪਾਲੇ ਹੋਏ ਨੇ, ਉਹ ਉਹਨਾਂ ਦਾ ਦੁੱਧ ਵੇਚਦਾ ਹੈਗਾ, ਉਹਨਾਂ ਦੀਆਂ ਹੋਰ ਕੋਈ ਕੰਮਕਾਰ ਕਰਦਾ, ਉਹ ਆਪਣਾ ਟੱਬਰ ਪਾਲਦਾ। ਪਰ ਜੋ ਸਿਸਟਮ ਅਸੀਂ ਹੁਣ ਵੇਖ ਰਹੇ ਹਾਂ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ, ਸਾਫ਼ ਤੌਰ ਦੇ ਉੱਤੇ ਗੱਲ ਇਹ ਹੈ ਕਿ ਜਿਹੜੇ ਵੱਡੇ ਕਾਰਪੋਰੇਟ ਨੇ, ਵੱਡੇ ਘਰਾਣੇ ਕਹਿ ਲਓ, ਨਾਲ ਜੋ ਮਰਜ਼ੀ ਸ਼ਬਦ ਵਰਤ ਲਓ, ਉਹਨਾਂ ਨੂੰ ਦੀ ਅੱਖ ਪਿੰਡਾਂ ਦੇ ਵਿੱਚ ਬੈਠੇ ਹੋਏ ਲੋਕਾਂ ਤੇ ਹੈ। ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਲੋਕ ਵਿਹਲੇ ਬੈਠੇ ਨੇ। ਜੇ ਕੈਨੇਡਾ ਅਮਰੀਕਾ ਦੇ 4-5% ਲੋਕ ਸਾਰੀ ਖੇਤੀ ਸਾਂਭ ਸਕਦੇ ਨੇ, ਅੱਜ ਕੱਲ੍ਹ ਮਸ਼ੀਨੀ ਕਰਨਾ, ਇਹ ਇੰਨੇ ਬੰਦੇ 50-55-57% ਇੱਥੇ ਕੀ ਕਰਦੇ ਨੇ? ਪਹਿਲਾਂ ਤਾਂ 70-75% ਵੀ ਸੀਗੇ। ਵੀ ਇਹਨਾਂ ਨੂੰ ਇੱਥੋਂ ਕੱਢੋ, ਕੱਢ ਕੇ ਕੀ ਕਰਨਾ ਉਹਨਾਂ ਦਾ? ਉਹਨਾਂ ਦਾ ਮਤਲਬ ਇਹ ਹੈਗਾ ਕਿ ਇਹਨਾਂ ਨੂੰ ਜੇ ਇੱਥੋਂ ਟੱਕਿਆ ਜਾਵੇ, ਉਹ ਆਪਣੇ ਆਪ ਤਾਂ ਨਿਕਲਦੇ ਨਹੀਂ, ਹਾਲਾਤ ਇਹੋ ਜਿਹੇ ਕਰ ਦਿਓ ਕਿ ਮਜਬੂਰ ਹੋ ਜਾਣ ਨਿਕਲਣ ਲਈ। ਆਹ ਜਿਹੜੇ ਕਾਨੂੰਨ ਨੇ ਤਿੰਨੇ, ਇਹ ਉਸ ਸਿਸਟਮ ਨੂੰ ਜਿਹਦੇ ਵਿੱਚੋਂ ਪਿੰਡਾਂ ਦੀ ਉਹਨਾਂ ਦੇ ਮੁਤਾਬਕ ਸਰਪਲਸ ਜਿਹੜੀ ਲੇਬਰ ਹੈ, ਫਾਲਤੂ ਲੋਕ ਜਿਹੜੇ ਬੈਠੇ ਨੇ, ਉਹਨਾਂ ਨੂੰ ਉੱਥੋਂ ਧੱਕ ਕੇ ਸ਼ਹਿਰਾਂ ਦੇ ਵਿੱਚ ਲਿਆ ਕੇ ਝੁੱਗੀਆਂ ਝੌਂਪੜੀਆਂ ਦੇ ਵਾਸੀ ਬਣਾਉਣ ਦੀ ਉਹਨਾਂ ਦੀ ਆਸ਼ਾ ਉਮੀਦ ਹੈ। ਉਹ ਇਹ ਸੋਚਦੇ ਨੇ ਕਿ ਜੇ ਉੱਥੋਂ ਆ ਕੇ ਝੁੱਗੀਆਂ ਝੌਂਪੜੀਆਂ 'ਚ ਬੈਠ ਜਾਣਗੇ, ਫਿਰ ਇਹ ਸਾਡੇ ਹਾੜੇ ਕੱਢਣਗੇ ਕਿ ਕਿਸੇ ਵੀ ਰੇਟ ਦੇ ਉੱਤੇ, ਕਿਸੇ ਵੀ ਕੀਮਤ ਦੇ ਉੱਤੇ ਸਾਨੂੰ ਖਾਣ ਜੋਗੇ 4 ਪੈਸੇ ਬਣ ਜਾਣ, ਸਾਨੂੰ ਕੋਈ ਦਿਹਾੜੀ ਦਿਓ, ਸਾਨੂੰ ਕੋਈ ਕੰਮ ਦਿਓ। ਉਹ ਕੰਮ ਕਿੰਨਾ ਹਾਲਤਾਂ 'ਚ ਕਰਾਉਣਾ ਹੈਗਾ, ਉਹ ਕੰਮ ਕਿੰਨੇ, ਜਿਹੜੀ ਆਪ ਜਦੋਂ ਲੇਬਰ ਸਰਪਲਸ ਇੱਕ ਕਿਸਮ ਦੀ ਹੋ ਜਾਊ, ਬਹੁਤ ਜ਼ਿਆਦਾ ਲੋਕ ਉੱਥੇ ਇਕੱਠੇ ਹੋ ਜਾਣਗੇ, ਕੰਮ ਕੋਈ ਹੋਣਾ ਨਹੀਂਗਾ, ਤਾਂ ਮਨਮਰਜ਼ੀ ਦੇ ਬੰਦਿਆਂ ਨੂੰ ਮਨਮਰਜ਼ੀ ਦੇ ਪੈਸਿਆਂ ਦੇ ਉੱਤੇ ਆਪਣੇ ਕਾਰਖਾਨਿਆਂ 'ਚ ਕੰਮ ਕਰਾਉਣ ਲਈ ਰੱਖਣਾ, ਇਹ ਉਹਨਾਂ ਦੀ ਮਨਸ਼ਾ ਹੈ। ਇਹ ਤਿੰਨੇ ਜਿਹੜੇ ਕਾਨੂੰਨ ਨੇ, ਇਹਨਾਂ ਦੇ ਪਿੱਛੇ ਗੱਲ ਅਸਲ 'ਚ ਆਹੀ ਲੁਕੀ ਹੋਈ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇੰਡੀਆ ਔਰ ਕੈਨੇਡਾ ਦਾ ਜਿਹੜਾ MSP ਹੈਗਾ ਉਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ, ਲੇਕਿਨ ਜੇ ਅਸੀਂ ਗੱਲ ਕਰੀਏ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਵੀ ਕੈਨੇਡਾ ਵੱਲੋਂ MSP ਨੂੰ ਚੈਲੰਜ ਕੀਤਾ ਗਿਆ ਹੈ, ਜਿਹੜੀ ਫਾਰਮ ਸਬਸਿਡੀਜ਼ ਹੁੰਦੀਆਂ ਨੇ ਉਸ ਨੂੰ ਚੈਲੰਜ ਕੀਤਾ ਗਿਆ ਹੈ। ਐਜ਼ ਪਰ ਕੈਨੇਡਾ, ਫਾਰਮ ਸਬਸਿਡੀਜ਼ ਦੇ ਨਾਲ ਗਲੋਬਲ ਐਗਰੀਕਲਚਰਲ ਟ੍ਰੇਡ ਉਤੇ ਇੰਪੈਕਟ ਪੈਂਦਾ ਹੈ। ਦੇਖੋ, ਇੱਥੋਂ ਦੀਆਂ ਜਿਹੜੀਆਂ ਸਬਸਿਡੀਆਂ ਨੇ ਉਹ ਲੁਕੀਆਂ ਹੋਈਆਂ ਸਬਸਿਡੀਆਂ ਨੇ। ਇੱਥੋਂ ਦੀਆਂ ਸਬਸਿਡੀਆਂ ਨੂੰ ਵਾਤਾਵਰਨ ਨੂੰ ਬਚਾਉਣ ਦੇ ਨਾਂ ਦੇ ਉੱਤੇ ਹੋਰ ਬਹੁਤ ਸਾਰੀਆਂ, ਇਹ ਗ੍ਰੀਨ ਚੈਨਲ ਹੈ ਜੀ, ਕੋਈ ਚੈਨਲ ਗ੍ਰੀਨ ਕਰਿਆ ਹੋਇਆ, ਕੋਈ ਯੈਲੋ ਕਰਿਆ ਹੋਇਆ, ਕੋਈ ਔਰੇਂਜ ਕਰਿਆ ਹੋਇਆ। ਉਹਨਾਂ ਸਾਰੀਆਂ ਚੈਨਲਸ ਜਾਂ ਉਹਨਾਂ ਸਾਰੀਆਂ ਜਿਹੜੀਆਂ ਘੁੰਮਣ ਘੇਰੀਆਂ ਦੇ ਵਿੱਚੋਂ ਦੀ ਕਿਸਾਨਾਂ ਨੂੰ ਸਬਸਿਡੀ ਤਾਂ ਭਾਰਤ ਨਾਲੋਂ ਵੀ ਵੱਧ ਦਿੱਤੀ ਜਾ ਰਹੀ ਹੈ।
ਪਰ ਜੇ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰੀਏ, ਜਿਹੜਾ 5000 ਏਕੜ ਵਾਲਾ ਕਿਸਾਨ ਹੈ ਉਹਦੀ ਜੇ ਕਣਕ ਭੋਰਾ ਸਸਤੀ ਵੀ ਵਿਕ ਜੂ, ਤੁਸੀਂ ਉਹਦੀ ਦੇਖੋ ਤਾਂ ਸਹੀ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਉਸਨੇ ਉਹ ਪ੍ਰੋਡਿਊਸ ਕੀਤੀ ਹੈ, ਕਿੰਨੀ ਵੱਡੀ ਪੱਧਰ ਦੇ ਉੱਤੇ ਉਹਦੇ ਕੋਲੇ ਉਹ ਸਟਾਕ ਹੈ ਜਾਂ ਕਣਕ ਹੈ, ਉਹਨੇ ਵੇਚ ਕੇ ਉਹਦੇ ਵਿੱਚੋਂ ਉਹਦੇ ਜਿਹੜੇ ਪੈਸੇ, ਜੇ ਇੱਕ ਕੁਆਂਟਲ ਪਿੱਛੇ ਭੋਰਾ ਘੱਟ ਵੀ ਉਹਨੂੰ ਬਚਦਾ ਹੈਗਾ, ਫਿਰ ਵੀ ਉਹਦੇ ਕੋਲ ਤਾਂ ਬਹੁਤ ਵੱਡੀ ਆਮਦਨ ਹੈ। ਕਿੱਥੇ 5000 ਏਕੜ ਦੇ ਬਰਾਬਰ ਜੇ 5 ਕਿੱਲਿਆਂ ਦੀ ਅਸੀਂ ਆਮਦਨ ਲਾਈਏ, 5 ਕਿੱਲਿਆਂ ਦੀ ਜਿਹੜੀ ਉਹਦੇ ਵਿੱਚੋਂ ਪ੍ਰੋਡਿਊਸ ਨਿਕਲਣੀ ਹੈ, ਜੋ ਕਣਕ ਜਾਂ ਝੋਨਾ ਨਿਕਲਣਾ ਉਹਨੂੰ ਲਾਈਏ, ਜੇ ਉੱਥੇ ਅਸੀਂ ਘੱਟ ਤੋਂ ਘੱਟ ਸਮਰਥਨ ਮੁੱਲ ਨਹੀਂ ਦਿੰਦੇ, ਫਿਰ ਤਾਂ ਉਹਨੂੰ ਬਿਲਕੁਲ ਉਹਦਾ ਗਲ ਘੁੱਟਣ ਵਾਲੀ ਗੱਲ ਹੈ। ਤੇ ਇਸੇ ਗੱਲ ਨੂੰ ਮੰਨ ਕੇ, ਸੁਣ ਕੇ, ਸਮਝ ਕੇ ਜਿਹੜੇ ਕਿਸਾਨ ਨੇ ਉਹ ਐਡੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਆਏ ਹੋਏ ਨੇ। ਕੋਈ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਸਰਦੀ ਦੇ ਵਿੱਚ ਸਰਦੀ ਨਹੀਂ ਲੱਗਦੀ, ਉਹ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਬੜਾ ਆਰਾਮ ਹੈ ਦਿੱਲੀ ਦੀਆਂ ਉਹਨਾਂ ਥਾਵਾਂ ਦੇ ਉੱਤੇ, ਹੇਠਾਂ ਫਰਸ਼ ਦੇ ਉੱਤੇ, ਹੇਠਾਂ ਆਪਾਂ ਕਹਿੰਦੇ ਭੁੰਜੇ ਸੌਣ ਦਾ ਕੋਈ ਉਹਨੂੰ ਸ਼ੌਕ ਨਹੀਂ ਹੈ। ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਅੱਜ ਨਾ ਬੋਲੇ ਤਾਂ ਇਹਦਾ ਮਤਲਬ ਇਹ ਹੈਗਾ ਕਿ ਸਾਡੀਆਂ ਅਗਲੀਆਂ ਪੁਸ਼ਤਾਂ ਜਾਂ ਸਾਡੀ ਪੁਸ਼ਤ, ਇਹੀ ਪੁਸ਼ਤ ਸਾਨੂੰ ਇਹ ਉਜਾੜ ਦੇਣਗੇ, ਸਾਡੀਆਂ ਜ਼ਮੀਨਾਂ ਖੋਹ ਲੈਣਗੇ, ਸਾਨੂੰ ਮਜਬੂਰ ਕਰ ਦੇਣਗੇ। ਆਹ ਜਿਹੜੀ ਜੀਓ ਦੀ ਜਾਣੀ ਜਦੋਂ ਚੱਲਿਆ, ਮੈਂ 2 ਸਾਲ ਪਹਿਲਾਂ ਤਾਂ ਜਾਈਦਾ ਹੀ ਹੈਗਾ, ਜਦੋਂ ਉੱਥੇ ਮੈਂ ਪੰਜਾਬ ਦੇ ਵਿੱਚ ਗਿਆ ਸੀ, ਕਹਿੰਦੇ ਜੀ ਤੁਸੀਂ ਸਾਰੀ ਹੋਰ ਛੱਡੋ, ਆਹ ਜਿਹੜੀ ਏਅਰਟੈਲ ਫਲਾਣਾ ਤੇ ਛੱਡੋ, ਜੀਓ ਦਾ ਸਿਮ ਲਓ, ਮੁਫਤ ਹੈ ਜੀ, ਜਿੰਨਾ ਮਰਜ਼ੀ ਜਿੱਥੇ ਮਰਜ਼ੀ ਕਰੋ, ਜਿੰਨਾ ਮਰਜ਼ੀ ਟੈਕਸਟ ਕਰੋ। ਪਰ ਲੋਕਾਂ ਨੇ ਦੇਖ ਲਿਆ ਕਿ ਪਹਿਲਾਂ ਸਾਨੂੰ ਉਹਦਾ ਸਵਾਦ ਪਾਇਆ, ਥੋੜੀ ਦੇਰ ਦੇ ਬਾਅਦ ਸਾਨੂੰ ਉਹ ਖਤਮ ਕਰਤਾ। ਇਹ ਨਾਲੇ ਉਹਦੀ ਇਕੱਲੀ ਇਹਦੀ ਆਧਾਰ ਨਹੀਂ ਹੈਗੀ ਜੀਓ ਦੀ, ਜੀਓ ਸਰਕਾਰਾਂ ਨੇ ਨਾਲ ਰਲ ਕੇ ਇਸ ਸਿਸਟਮ ਦੇ ਵਿੱਚ ਕੀ ਕੁਝ ਲੋਕਾਂ ਤੋਂ ਖੋਇਆ, ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੈ। ਸੋ ਲੋਕਾਂ ਨੇ ਇਹ ਵੇਖ ਲਿਆ, ਵੇਖਣ ਤੋਂ ਬਾਅਦ ਸਮਝ ਲਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ। ਜੇ ਹੁਣ ਨਾ ਲੜਾਈ ਲੜੀ ਤਾਂ ਇਸ ਸਿਸਟਮ ਨੇ ਸਾਨੂੰ ਉਜਾੜ ਦੇਣਾ। ਜੀ ਡਾਕਟਰ ਸੇਖੋਂ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਥੈਂਕ ਯੂ। ਓਕੇ, ਬਹੁਤ ਬਹੁਤ ਧੰਨਵਾਦ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇੱਕ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਵਿੱਚ। ਭਾਰਤ ਦੇ ਵਿੱਚ ਧਰਨੇ ਉੱਤੇ ਬੈਠੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਸਿਰਫ ਕੈਨੇਡਾ ਦੀ ਸਾਊਥ ਏਸ਼ੀਅਨ ਕਮਿਊਨਿਟੀ ਹੀ ਨਹੀਂ ਬਲਕਿ ਨੈਸ਼ਨਲ ਫਾਰਮਿੰਗ ਯੂਨੀਅਨ ਵੀ ਅੱਗੇ ਆਈ ਹੈ। ਇਸੇ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਬਰੈਂਪਟਨ ਦੇ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦੇ ਨਾਲ, ਜਿਨ੍ਹਾਂ ਵੱਲੋਂ ਨੈਸ਼ਨਲ ਫਾਰਮਿੰਗ ਯੂਨੀਅਨ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਅਤੇ ਇਸੇ ਸੰਬੰਧੀ ਸਹਿਯੋਗ ਦੀ ਮੰਗ ਕੀਤੀ ਗਈ ਸੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਥੈਂਕ ਯੂ ਜੀ। ਗੁਰਪ੍ਰੀਤ ਜੀ, ਜਿਸ ਤਰ੍ਹਾਂ ਤੁਹਾਡੇ ਵੱਲੋਂ ਕਿਸਾਨਾਂ ਦੇ ਪ੍ਰੋਟੈਸਟ ਨੂੰ ਲੈ ਕੇ ਕੈਨੇਡਾ ਦੀ ਜਿਹੜੀ ਨੈਸ਼ਨਲ ਫਾਰਮਿੰਗ ਯੂਨੀਅਨ ਹੈਗੀ ਹੈ ਉਸ ਨੂੰ ਇੱਕ ਲੈਟਰ ਲਿਖੀ ਗਈ ਸੀ ਐਂਡ ਸਪੋਰਟ ਦੀ ਮੰਗ ਕੀਤੀ ਗਈ ਸੀ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਬਿਹਾਫ ਤੇ ਤੁਸੀਂ ਲੈਟਰ ਲਿਖੀ, ਕਿਉਂਕਿ ਕੈਨੇਡਾ ਵੱਲੋਂ ਵੀ MSP ਨੂੰ ਸਪੋਰਟ ਨਹੀਂ ਦਿੱਤਾ ਜਾਂਦਾ। ਕੈਨੇਡਾ MSP ਦੇ ਹੱਕ ਦੇ ਵਿੱਚ ਨਹੀਂ ਰਿਹਾ ਹੈ ਕਈ ਸਾਲਾਂ ਤੋਂ, ਐਂਡ ਕੈਨੇਡਾ ਵੱਲੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਵੀ MSP ਨੂੰ ਚੈਲੰਜ ਕੀਤਾ ਗਿਆ ਹੈ। ਬੇਸ਼ੱਕ ਕੈਨੇਡਾ ਫਾਰਮ ਸਬਸਿਡੀਜ਼ ਵੱਖ-ਵੱਖ ਤਰ੍ਹਾਂ ਦੀ ਦੇ ਰਿਹਾ ਹੈ, ਪਰ ਕੈਨੇਡਾ ਦਾ ਕਹਿਣਾ ਹੈ ਕਿ ਫਾਰਮਰ ਸਬਸਿਡੀਜ਼ ਦੇ ਨਾਲ ਜਿਹੜਾ ਗਲੋਬਲ ਐਗਰੀਕਲਚਰਲ ਟ੍ਰੇਡ ਹੈਗਾ ਹੈ ਉਸ ਉੱਤੇ ਇੰਪੈਕਟ ਪੈਂਦਾ ਹੈ। ਹਾਂਜੀ, ਐਬਸੋਲੂਟਲੀ। ਸੋ ਜਦੋਂ ਇਹ ਇਸ਼ੂ ਹੋਇਆ ਸੀਗਾ ਕਿਸਾਨਾਂ ਦੇ ਨਾਲ, ਅਸੀਂ ਨੰਬਰ 1 ਅਸੀਂ ਐਜ਼ ਅ ਬਰੈਂਪਟਨ ਕਾਉਂਸਲ ਅਸੀਂ ਮੈਂ ਮਤਾ ਪੇਸ਼ ਕੀਤਾ, ਠੀਕ ਹੈ, ਜਿੱਥੇ ਮੈਂ ਰਿਕੁਐਸਟ ਕੀਤੀ ਸੀਗੀ ਕਾਉਂਸਲ ਨੂੰ ਕਿ ਸਾਨੂੰ ਜਿਹੜੇ ਬਰੈਂਪਟੋਨੀਅਨਸ ਨੇ ਜਿਹੜੇ ਅਫੈਕਟਡ ਨੇ ਉਹਨਾਂ ਦੇ ਨਾਲ ਖੜਨਾ ਚਾਹੀਦਾ। ਸ਼ੁਰੂ ਤੋਂ ਲੈ ਕੇ ਅਸੀਂ ਇਹੀ ਕਿਹਾ ਕਿ ਇਹ ਪੋਲੀਟੀਕਲ ਸਟੈਂਡ ਨਹੀਂ ਲੈਣਾ। ਹਰ ਇੱਕ ਕੰਟਰੀ ਦੀ ਰਾਈਟ ਹੈਗੀ ਆਪਣੀ ਪਾਲਿਸੀ ਸੈੱਟ ਕਰਨ ਵਾਸਤੇ, ਬਟ ਜਿਹੜੇ ਅਫੈਕਟਡ ਨੇ ਵੀ ਸਟੈਂਡ ਵਿਦ them। ਦੂਜਾ, ਅਸੀਂ ਨੈਸ਼ਨਲ ਫਾਰਮਰਸ ਯੂਨੀਅਨ ਕੈਨੇਡਾ ਨੂੰ ਅਸੀਂ ਇਹੀ ਕਿਹਾ ਸੀਗਾ ਕਿ ਤੁਸੀਂ ਵੀ ਸਪੋਰਟ ਕਰੋ ਆਪਣੇ ਫਾਰਮਰਸ ਨੂੰ, ਤੇ ਉਹਨਾਂ ਨੇ ਰਿਸਪੌਂਡ ਕੀਤਾ ਇੱਕ ਸਟੇਟਮੈਂਟ ਦੇ ਨਾਲ। ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਸੀਗੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਉਹ ਫਾਰਮਰਸ ਦੇ ਨਾਲ ਖੜੇ ਆ। ਸੋ ਉਹਨਾਂ ਦੇ ਮਤਲਬ ਕਿ ਜਿਹੜੇ ਵੈਲਿਊਜ਼ ਨੇ ਆਫ ਦ ਯੂਨੀਅਨ, ਈਵਨ ਵੈਬਸਾਈਟ 'ਤੇ ਤੁਸੀਂ ਪੜ੍ਹ ਸਕਦੇ ਹੋ, ਉਹ ਵੀ ਇਟ ਡਜ਼ਨਟ ਮੈਟਰ ਇੰਟਰਨੈਸ਼ਨਲੀ ਜਾਂ ਨੈਸ਼ਨਲੀ ਕੋਈ ਵੀ ਇਸ਼ੂ ਹੋਵੇ ਫਾਰਮਰਸ ਰਿਲੇਟਡ, ਉਹ ਸਟੈਂਡ ਲੈਂਦੇ ਆ। ਅਤੇ ਜਦੋਂ MSP ਆਪਾਂ ਬਾਰੇ ਗੱਲ ਕਰਦੇ ਹਾਂ, ਅਸੀਂ ਇਕੋਨਮੀ ਵੱਲ ਸਾਨੂੰ ਦੇਖਣਾ ਚਾਹੀਦਾ ਕਿ ਇੰਡੀਆ ਦੀ ਇਕੋਨਮੀ ਥੋੜ੍ਹੀ ਜਿਹੀ ਡਿਫਰੈਂਟ ਹੈ। ਉੱਥੇ ਜਿਹੜੇ ਫਾਰਮਰਸ ਨੇ ਦੇ ਮੇਕ ਅਪ ਮੋਰ ਦੈਨ ਹਾਫ ਦ ਵਰਕਰਸ ਦੇਅਰ, ਪਰ ਜਿਹੜੇ 86% ਨੇ ਉਹਨਾਂ ਦੇ ਕੋਲ 2 ਏਕੜ ਤੋਂ ਘੱਟ ਨੇ। ਸੋ ਜਿਹੜਾ MSP ਉਹਨਾਂ ਵਾਸਤੇ ਕਾਫੀ ਇੰਪੋਰਟੈਂਟ ਹੈ। ਉਹਨਾਂ ਕੋਲ ਰਿਸੋਰਸਿਸ ਹੈ ਨਹੀਂ,
ਨੈਗੋਸ਼ੀਏਟ ਕਰਨ ਵਾਸਤੇ ਵੱਡੇ ਪਲੇਅਰਸ ਦੇ ਨਾਲ, ਜਿਹੜੇ ਵੱਡੇ ਕਾਰਪੋਰੇਸ਼ਨਸ ਨੇ। ਐਂਡ ਸੋ ਕੈਨੇਡਾ ਦੀ ਆਈ ਥਿੰਕ ਉਹਨਾਂ ਦਾ ਸਿਚੁਏਸ਼ਨ ਡਿਫਰੈਂਟ ਹੈ ਇੰਡੀਆ ਨਾਲੋਂ। But at the same time, the support from the National Farmers Union, एक show of solidarity अपने ਉਹਨਾਂ ਦੇ colleagues ਨਾਲ ਜਿਹੜੇ ਇੰਡੀਆ ਦੇ ਵਿੱਚ ਨੇ। ਜੀ ਗੁਰਪ੍ਰੀਤ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਇੰਡੋ ਕੈਨੇਡੀਅਨਸ ਹੈਗੇ ਨੇ ਉਹ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਗੇ ਆ ਰਹੇ ਹਨ। ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸ਼ਾਂਤਮਈ ਢੰਗ ਦੇ ਨਾਲ ਲੋਕਾਂ ਵੱਲੋਂ ਇੰਡੋ ਕੈਨੇਡੀਅਨਸ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ, ਕਾਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਨੇ। ਐਂਡ ਇਹ ਜਿਹੜੇ ਪ੍ਰੋਟੈਸਟ ਹੈਗੇ ਨੇ ਸਿਰਫ ਬਰੈਂਪਟਨ ਜਾਂ ਟੋਰਾਂਟੋ ਦੇ ਵਿੱਚ ਨਹੀਂ ਹੋ ਰਹੇ ਨੇ, ਬਲਕਿ ਕੈਨੇਡਾ ਵਾਈਡ ਹੋ ਰਹੇ ਨੇ। ਮੌਂਟਰੀਅਲ ਦੇਖਿਆ, ਵਿਨੀਪੈਗ ਦੇਖਿਆ, ਸਰੀ ਦੇ ਵਿੱਚ ਵੀ ਅਸੀਂ ਪ੍ਰੋਟੈਸਟ ਦੇਖੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਪ੍ਰੋਟੈਸਟ ਦੇ ਨਾਲ ਜਿਹੜੇ ਭਾਰਤ ਦੇ ਵਿੱਚ ਕਿਸਾਨ ਜਿਹੜੇ ਜਥੇਬੰਦੀਆਂ ਹੈਗੀਆਂ ਨੇ ਧਰਨੇ ਤੇ ਬੈਠੀਆਂ ਨੇ, ਉਹਨਾਂ ਨੂੰ ਕਿੰਨਾ ਫਾਇਦਾ ਹੋਏਗਾ, ਕਿੰਨਾ ਸਹਿਯੋਗ ਉਹਨਾਂ ਨੂੰ ਮਿਲੇਗਾ? ਕਿਉਂਕਿ ਜਿਹੜੀ ਭਾਰਤ ਸਰਕਾਰ ਹੈਗੀ ਹੈ ਉਹਨਾਂ ਨੂੰ ਕੈਨੇਡਾ ਦਾ ਜਿਹੜਾ ਸਮਰਥਨ ਹੈ ਉਹ ਪਸੰਦ ਨਹੀਂ ਆ ਰਿਹਾ। ਹਾਂਜੀ, ਸੋ ਜਿਹੜੀ ਜਦੋਂ ਆਪਾਂ ਹੈਰੀਟੇਜ ਵੇਖਦੇ, ਹਿਸਟਰੀ ਵੇਖਦੇ ਆ ਆਪਣੇ ਇੰਡੀਆ ਦੀ, ਇਟਸ ਦ ਵਰਲਡਸ ਲਾਰਜੈਸਟ ਡੈਮੋਕ੍ਰੇਸੀ। ਐਂਡ ਸੋ ਉਹਨਾਂ ਦਾ ਜਿਹੜਾ ਫਾਊਂਡੇਸ਼ਨ ਹੈ ਇਟਸ ਵਿਥ ਪੀਸਫੁਲ ਪ੍ਰੋਟੈਸਟ। ਐਂਡ ਸੋ ਸਾਰਿਆਂ ਦੀ ਡੈਮੋਕ੍ਰੈਟਿਕ ਰਾਈਟ ਹੈ ਪ੍ਰੋਟੈਸਟ ਕਰਨ ਵਾਸਤੇ, whether you're in Canada, whether you're in India. And so as long as peacefully ਲੋਕੀ ਕਰਦੇ ਆ, I think that's acceptable। ਤੇ ਸਾਡੀ ਜਿਹੜੀ ਇੰਡੀਅਨ ਪੋਪੂਲੇਸ਼ਨ ਇੱਥੇ ਕੈਨੇਡਾ ਦੇ ਵਿੱਚ ਕਾਫੀ ਕਨੈਕਟਡ ਹੈ ਪਿੱਛੇ ਆਪਣੀ ਉਹਨਾਂ ਦੇ ਫੈਮਲੀਜ਼ ਦੇ ਨਾਲ, ਉਹਨਾਂ ਦੇ ਰੂਟਸ ਦੇ ਨਾਲ। ਸੋ ਇਸ ਕਰਕੇ ਲੋਕੀ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਵੀ ਜ਼ਮੀਨ ਹੈਗੀ, ਉਹ ਆਪ ਇਫੈਕਟਡ ਨੇ। ਐਂਡ ਸੋ ਆਈ ਥਿੰਕ ਜਿਹੜੀ ਮੀਡੀਆ ਅਟੈਂਸ਼ਨ ਕ੍ਰੀਏਟ ਹੋਣ ਡਈ ਹੈ, ਲੋਕਾਂ ਨੂੰ ਪਤਾ ਲੱਗਣ ਡਿਆ, ਆਮ ਸੁਸਾਇਟੀ ਨੂੰ ਕਿ ਕੀ ਹੋ ਰਿਹਾ ਉੱਥੇ, ਇਟ ਲੀਡਸ ਟੂ ਏ ਹੈਲਥੀ ਡਿਸਕਸ਼ਨ ਕਿ ਕਈ ਲੋਕਾਂ ਨੂੰ ਨਹੀਂ ਪਤਾ ਇੱਥੇ। ਐਂਡ ਸੋ ਇੱਕ ਓਪਰਚੁਨਿਟੀ ਮਿਲਦੀ ਹੈ ਉਹਨਾਂ ਨੂੰ ਸਮਝਾਉਣ ਵਾਸਤੇ। ਨਾਲ ਦੇ ਨਾਲ ਜਿਹੜੇ ਉੱਥੇ ਆਪਣੇ ਫਾਰਮਰਸ ਨੇ ਉਹਨਾਂ ਨੂੰ ਵੀ ਇਨਕਰੇਜਮੈਂਟ ਮਿਲਦੀ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਐਟ ਦੀ ਐਂਡ ਆਫ ਦ ਡੇ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ, ਐਜ਼ ਲੌਂਗ ਐਜ਼ ਲੋਕੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ, I think it adds to the discussion, it adds value to ਜੋ conversation ਹੋ ਰਹੀ ਹੈ। ਤੇ ਮੈਂ ਉਮੀਦ ਕਰਦਾ ਕਿ ਐਂਡ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਰੈਜ਼ੋਲੂਸ਼ਨ ਜਿਹੜੇ ਦੋ ਸਾਈਡਸ ਨੇ, ਪ੍ਰੋਟੈਸਟਰਸ ਤੇ ਆਪਣੇ ਜਿਹੜੀ ਦੀ ਗਵਰਨਮੈਂਟ ਹੈ, ਉਹ ਲੱਭ ਸਕਣਗੇ। ਜੀ ਗੁਰਪ੍ਰੀਤ ਜੀ, ਅਖੀਰ ਦੇ ਵਿੱਚ ਜਾਣਨਾ ਚਾਹਾਂਗੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪੂਰੇ ਜਿਹੜੇ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਕੈਨੇਡਾ ਵਿੱਚ ਹੋ ਰਿਹਾ ਹੈ, ਇਸ ਦਾ ਕੀ ਪ੍ਰਭਾਵ ਪੈ ਰਿਹਾ ਹੈ ਐਂਡ ਕਿਸ ਤਰ੍ਹਾਂ ਦਾ ਮੈਸੇਜ ਕੈਨੇਡੀਅਨ ਰੈਜ਼ੀਡੈਂਟਸ ਨੂੰ ਜਾ ਰਿਹਾ ਹੈ? ਹਾਂਜੀ, ਸੋ ਇਹਦਾ ਇਫੈਕਟ ਕਾਫੀ ਪੋਜ਼ਿਟਿਵ ਹੈ ਹੁਣ ਤੱਕ। ਹੁਣ ਪੀਸਫੁਲ ਡੈਮੋਨਸਟ੍ਰੇਸ਼ਨਸ ਹੋਏ ਨੇ ਐਂਡ ਲਾਈਕ ਆਈ ਸੈਡ, ਜਿਹੜੀ ਇਹਨਾਂ ਦੀ ਆਵਾਜ਼ ਹੈ ਉੱਥੇ ਤੱਕ ਪਹੁੰਚ ਰਹੀ ਹੈ। ਜਿੱਦਾਂ ਆਪਾਂ ਪਹਿਲਾਂ ਮੈਂਸ਼ਨ ਕੀਤਾ ਵੀ ਸੀਗਾ ਕਿ ਡਿਫਰੈਂਟ ਆਰਗੇਨਾਈਜੇਸ਼ਨਸ, ਨੈਸ਼ਨਲ ਫਾਰਮਰਸ ਯੂਨੀਅਨ, ਆਮ ਲੋਕੀ, ਉਹ ਵੀ ਆਪਣੇ ਸਟੇਟਮੈਂਟਸ, ਆਪਣੇ ਓਪੀਨੀਅਨਸ ਦੇ ਰਹੇ ਨੇ ਇਸ ਇਸ਼ੂ ਦੇ ਬਾਰੇ। ਇਨ ਦਿਸ ਇਜ਼ ਡੈਮੋਕ੍ਰੇਸੀ ਐਟ ਇਟਸ ਫਾਈਨੈਸਟ, ਕਿ ਇਹੀ ਅਸੀਂ ਇਨਕਰੇਜ ਕਰਦੇ ਡੈਮੋਕ੍ਰੇਸੀ ਦੇ ਵਿੱਚ, ਤੁਸੀਂ ਆਪਣਾ ਓਪੀਨੀਅਨ ਦਿਓ, ਆਪਣੀ ਇਨਪੁਟ ਦਿਓ। ਐਂਡ ਐਜ਼ ਲੌਂਗ ਐਜ਼ ਪੀਪਲ ਆਰ ਪੀਸਫੁਲੀ ਪ੍ਰੋਟੈਸਟਿੰਗ, ਆਈ ਥਿੰਕ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਕੋਈ ਨਾ ਕੋਈ ਪੋਜ਼ਿਟਿਵ ਇਹਦੇ ਵਿੱਚੋਂ ਨਿਕਲੂਗਾ ਆਊਟਕਮ। ਜੀ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਸੋ ਮਚ ਫॉर ਜੁਆਇਨਿੰਗ PTC ਪੰਜਾਬੀ ਵਾਂਸ ਅਗੇਨ ਐਂਡ ਪਲੀਜ਼ ਸਟੇ ਸੇਫ। ਕਿਸਾਨਾਂ ਦਾ ਇਹ ਸੰਘਰਸ਼ ਹਾਲੇ ਵੀ ਜਾਰੀ ਹੈ ਅਤੇ ਜਦੋਂ ਤੱਕ ਕਿਸਾਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ, ਉਦੋਂ ਤੱਕ ਬਾਹਰਲੇ ਮੁਲਕਾਂ ਦੇ ਵਿੱਚ ਵਸਦੀ ਭਾਰਤੀ ਕਮਿਊਨਿਟੀ ਵੀ ਆਪਣਾ ਸਮਰਥਨ ਜਾਰੀ ਰੱਖੇਗੀ। ਸੋ NRI ਵਰਲਡ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਵਿਚਾਰ ਹੈ ਜਾਂ ਫਿਰ ਆਪਣਾ ਕੋਈ ਸਵਾਲ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ PTC ਨਿਊਜ਼।